ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਕਰੰਟ ਅਫੇਅਰਸ ਦਾ ਪਾਰਟ 20 ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਪੰਜਾਬ ਲੈਵਲ ਅਤੇ ਇੰਡੀਆ ਲੈਵਲ ਦੇ ਪੇਪਰਾਂ ਦੇ ਨਾਲ ਜਿੰਨੇ ਵੀ ਰਿਲੇਟਡ ਕਰੰਟ ਅਫੇਅਰਸ ਨੇ ਉਹ ਡਿਸਕਸ ਕਰਾਂਗੇ। ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ, ਇੱਕ ਵੀ ਫੈਕਟ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੇ ਕਰੰਟ ਅਫੇਅਰਸ ਦੇ 19 ਪਾਰਟ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਬਹੁਤ ਇੰਪੋਰਟੈਂਟ ਜਿਹੜੇ ਕਰੰਟ ਅਫੇਅਰਸ ਨੇ ਉਹ ਡਿਸਕਸ ਕੀਤੇ ਨੇ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਨੂੰ ਉਹਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਪਲੇਲਿਸਟ ਦੇ ਵਿੱਚ ਜਾਓ, ਉੱਥੇ ਤੁਹਾਨੂੰ ਆਲ ਸਬਜੈਕਟਸ ਦੀਆਂ ਵੀਡੀਓਜ਼ ਸੀਰੀਜ਼ ਵਾਈਜ਼ ਲੱਗੀਆਂ ਮਿਲ ਜਾਣਗੀਆਂ, ਜਾ ਕੇ ਦੇਖ ਸਕਦੇ ਹੋ ਅਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ ਕਰੰਟ ਅਫੇਅਰਸ ਡਿਸਕਸ ਕਰਨ ਜਾ ਰਹੇ ਹਾਂ। ਤਾਂ ਸੈਸ਼ਨ ਨੂੰ ਲਾਸਟ ਤੱਕ ਜ਼ਰੂਰ ਦੇਖਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕਰੰਟ ਅਫੇਅਰ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੀ ਪਹਿਲੀ ਸਲਾਈਡ ਦੇ ਨਾਲ। ਸਭ ਤੋਂ ਪਹਿਲਾ ਜਿਹੜਾ ਫੈਕਟ ਹੈ, ਇੰਡੀਆਜ਼ ਇਕੋਨਮੀ ਫਰੋਮ ਨਹਿਰੂ ਟੂ ਮੋਦੀ ਅ ਬਰੀਫ ਹਿਸਟਰੀ। ਇੱਕ ਕਿਤਾਬ ਹੈ, ਠੀਕ ਹੈ ਜੀ, ਇੱਕ ਕਿਤਾਬ ਦਾ ਨਾਮ ਹੈ ਕਿ ਇੰਡੀਆ ਦੀ ਇਕੋਨਮੀ ਯਾਨੀ ਕਿ ਇੰਡੀਆ ਦੀ ਅਰਥ ਵਿਵਸਥਾ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਨਰਿੰਦਰ ਮੋਦੀ ਤੱਕ ਇੱਕ ਬਰੀਫ ਹਿਸਟਰੀ ਹੈ, ਠੀਕ ਹੈ ਜੀ। ਤਾਂ ਇੱਕ ਕਿਤਾਬ ਲਿਖੀ ਹੈ, ਠੀਕ ਹੈ ਜੀ, ਬਹੁਤ ਇੰਪੋਰਟੈਂਟ ਇਹ ਬੁੱਕ ਬਣ ਜਾਂਦੀ। ਇਹਦੇ ਨਾਮ ਤੋਂ ਹੀ ਆਪਾਂ ਨੂੰ ਪਤਾ ਲੱਗਦਾ ਕਿ ਇਹਦੇ ਆਉਣ ਦੇ ਜਿਹੜੇ 99% ਚਾਂਸਿਸ ਹੈ ਤੁਹਾਡੇ ਤੋਂ ਪੁੱਛਣ ਦੇ ਬਣ ਜਾਂਦੇ ਨੇ, ਠੀਕ ਹੈ ਜੀ। ਤਾਂ ਇਹ ਕਿਹਨੇ ਲਿਖੀ ਹੈ? ਇਹ ਲਿਖੀ ਹੈ ਪਲਾਪਰੇ ਬਾਲਕ੍ਰਿਸ਼ਨ ਨੇ, ਠੀਕ ਹੈ ਜੀ। ਪਲਾਪਰੇ ਬਾਲਕ੍ਰਿਸ਼ਨ ਇਹਦੇ ਆਥਰ ਨੇ, ਠੀਕ ਹੈ ਜੀ। ਇਹਨਾਂ ਨੇ ਲਿਖੀ ਹੈ, ਇਹ ਬਹੁਤ ਇੰਪੋਰਟੈਂਟ ਬੁੱਕ ਤੁਹਾਡੇ ਲਈ ਇਹ ਬਣ ਜਾਂਦੀ ਹੈ। ਇੰਡੀਆਜ਼ ਇਕੋਨਮੀ ਫਰੋਮ ਨਹਿਰੂ ਟੂ ਮੋਦੀ ਅ ਬਰੀਫ ਹਿਸਟਰੀ। ਤਾਂ ਇਹ ਕਿਤਾਬ ਦਾ ਨਾਮ ਹੈ। ਤਾਂ ਇਹ ਤੁਹਾਨੂੰ ਪੁੱਛੀ ਜਾ ਸਕਦੀ ਹੈ, ਕਿਸੇ ਵੀ ਪੇਪਰ ਦੇ ਵਿੱਚ ਤੁਹਾਨੂੰ ਪੁੱਛੀ ਜਾ ਸਕਦੀ ਹੈ। ਬਹੁਤ ਇੰਪੋਰਟੈਂਟ ਇਹ ਫੈਕਟ ਤੁਹਾਡੇ ਲਈ ਬਣ ਜਾਂਦਾ, ਠੀਕ ਹੈ ਜੀ, ਤੁਸੀਂ ਯਾਦ ਰੱਖਣਾ। ਤਾਂ ਇੰਡੀਆਜ਼ ਇਕੋਨਮੀ ਫਰੋਮ ਨਹਿਰੂ ਟੂ ਮੋਦੀ ਅ ਬਰੀਫ ਹਿਸਟਰੀ, ਪਲਾਪਰੇ ਬਾਲਕ੍ਰਿਸ਼ਨ, ਠੀਕ ਹੈ ਜੀ, ਇਹ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਫੈਕਟ ਹੈ, ਦੀ ਇੰਡੀਆ ਸਟੋਰੀ। ਇਹ ਵੀ ਇੱਕ ਬੁੱਕ ਹੈ। ਜਿੰਨੀਆਂ ਵੀ ਕਿਤਾਬਾਂ ਨੇ ਮਤਲਬ ਜਿਹੜੀਆਂ ਰੀਸੈਂਟਲੀ ਲਾਂਚ ਹੁੰਦੀਆਂ ਨੇ, ਤਾਂ ਇਹ ਜਿਹੜਾ ਸਵਾਲ ਹੈ ਇਹ 2022 ਦਾ ਸਵਾਲ ਹੈ ਅਤੇ ਇਹ ਸਵਾਲ ਵੀ 2022 ਦਾ, ਠੀਕ ਹੈ ਜੀ, ਕਿਉਂਕਿ ਆਪਾਂ ਇਹਦੇ ਵਿੱਚ ਪ੍ਰੀਵੀਅਸ 6 ਮੰਥ ਦੇ ਕਰੰਟ ਅਫੇਅਰ ਡਿਸਕਸ ਕਰਨ ਜਾ ਰਹੇ ਹਾਂ, ਠੀਕ ਹੈ ਜੀ। ਤਾਂ 2022 ਦੇ ਵੀ ਤੁਹਾਨੂੰ ਇਹਦੇ ਵਿੱਚ ਮਿਲਣਗੇ ਕਰੰਟ ਅਫੇਅਰ, ਅਤੇ ਔਨਗੋਇੰਗ ਜਿਹੜੇ ਆਪਣੇ ਚੱਲ ਰਹੇ ਨੇ 2023 ਦੇ, ਉਹ ਤਾਂ ਆਪਣੇ ਚੱਲ ਹੀ ਰਹੇ ਨੇ, ਠੀਕ ਹੈ ਜੀ। ਤਾਂ 2022 ਆਪਾਂ ਪ੍ਰੀਵੀਅਸ 6 ਮੰਥ ਲੈ ਕੇ ਚੱਲੋ, ਤਾਂ 6 ਮੰਥ ਤੋਂ ਜ਼ਿਆਦਾ ਤੁਹਾਨੂੰ ਕਰੰਟ ਅਫੇਅਰ ਨਹੀਂ ਪੁੱਛੇ ਜਾਣਗੇ। 6 ਮੰਥ ਦੇ ਵਿੱਚੋਂ ਤੁਹਾਨੂੰ ਪੁੱਛੇ ਜਾ ਸਕਦੇ, ਠੀਕ ਹੈ ਜੀ। ਤਾਂ ਦ ਇੰਡੀਆ ਸਟੋਰੀ ਇਹ ਲਿਖੀ ਹੈ ਵਿਮਲ ਜਲਾਨ ਨੇ, ਠੀਕ ਹੈ ਜੀ, ਵਿਮਲ ਜਲਾਨ ਨੇ ਇਹ ਲਿਖੀ ਹੈ ਬੁੱਕ। ਇੱਕ ਬੁੱਕ ਤੁਸੀਂ ਹੋਰ ਯਾਦ ਰੱਖਿਓ, ਅ ਲਿਟਲ ਬੁੱਕ ਆਫ ਇੰਡੀਆ। ਇਹ ਲਿਖੀ ਹੈ ਰਸਕਿਨ ਬੌਂਡ ਨੇ। ਰਸਕਿਨ ਬੌਂਡ ਦੀਆਂ ਬੁੱਕਸ ਬਹੁਤ ਪੁੱਛੀਆਂ ਜਾਂਦੀਆਂ ਕਰੰਟ ਅਫੇਅਰਸ ਦੇ ਵਿੱਚ। ਤਾਂ ਅ ਲਿਟਲ ਬੁੱਕ ਆਫ ਇੰਡੀਆ ਇਹ ਕਿਹਨੇ ਲਿਖੀ ਹੈ? ਰਸਕਿਨ ਬੌਂਡ ਨੇ। ਦੀ ਇੰਡੀਆ ਸਟੋਰੀ ਲਿਖੀ ਹੈ ਵਿਮਲ ਜਲਾਨ ਨੇ। ਤਾਂ ਇਹ ਤਿੰਨੋਂ ਬੁੱਕਸ ਤੁਸੀਂ ਰੱਟ ਲਓ, ਮਤਲਬ ਚੰਗੇ ਤਰੀਕੇ ਨਾਲ ਯਾਦ ਕਰ ਲਓ, ਤੁਹਾਨੂੰ ਪੁੱਛੀਆਂ ਜਾ ਸਕਦੀਆਂ। ਇੰਡੀਆਜ਼ ਇਕੋਨਮੀ ਫਰੋਮ ਨਹਿਰੂ ਟੂ ਮੋਦੀ ਅ ਬਰੀਫ ਹਿਸਟਰੀ ਪਲਾਪਰੇ ਬਾਲਕ੍ਰਿਸ਼ਨ ਦੀ ਹੈ। ਦੀ ਇੰਡੀਆ ਸਟੋਰੀ ਵਿਮਲ ਜਲਾਨ ਦੀ ਹੈ। ਅ ਲਿਟਲ ਬੁੱਕ ਆਫ ਇੰਡੀਆ ਰਸਕਿਨ ਬੌਂਡ ਦੀ ਹੈ। ਤਾਂ ਇਹ ਤੁਹਾਨੂੰ ਪੁੱਛੀ ਜਾਊਗੀ। ਅਗਲਾ ਜਿਹੜਾ ਆਪਣਾ ਫੈਕਟ ਹੈ, ਹੂ ਹੈਜ਼ ਇਨੈਗੂਰੇਟਡ ਦੀ 8th ਇੰਡੀਆ ਇੰਟਰਨੈਸ਼ਨਲ MSME ਸਟਾਰਟਅਪ ਐਕਸਪੋ ਸਮਿਟ ਐਟ ਨਿਊ ਦਿੱਲੀ। ਤਾਂ ਇਹ 2022 ਦਾ ਸਵਾਲ ਹੈ, ਠੀਕ ਹੈ ਜੀ, 2022 ਦੀ ਹੀ ਨਿਊਜ਼ ਹੈ। ਤਾਂ 2022 ਦੇ ਵਿੱਚ ਇਹ ਸਮਿਟ ਹੋਇਆ ਸੀਗਾ। ਤਾਂ 8th ਇੰਡੀਆ, ਠੀਕ ਹੈ ਜੀ, 8ਵਾਂ ਐਡੀਸ਼ਨ ਹੋਇਆ ਸੀ ਇੰਟਰਨੈਸ਼ਨਲ MSME ਸਟਾਰਟਅਪ ਐਕਸਪੋ ਸਮਿਟ। ਕਿੱਥੇ ਹੋਇਆ ਸੀ? ਨਵੀਂ ਦਿੱਲੀ ਦੇ ਵਿੱਚ। ਪਹਿਲੀ ਗੱਲ ਤਾਂ ਇਹੀ ਸਵਾਲ ਬਣ ਜਾਂਦਾ ਕਿ ਇਹ ਕਿੱਥੇ ਹੋਇਆ ਸੀ? ਤਾਂ ਇਹ ਹੋਇਆ ਸੀ ਨਵੀਂ ਦਿੱਲੀ ਦੇ ਵਿੱਚ। ਤਾਂ ਇਹਨੂੰ ਕਿਹਨੇ ਮਤਲਬ ਇਨੋਗਰੇਟ ਕਿਹਨੇ ਕੀਤਾ ਸੀ? ਇਹਨੂੰ ਕੀਤਾ ਸੀ ਮਨੋਜ ਸਿਨਹਾ ਨੇ, ਠੀਕ ਹੈ ਜੀ। ਇਹ ਤੁਹਾਡੇ ਲਈ ਬਹੁਤ ਇੰਪੋਰਟੈਂਟ ਸਵਾਲ ਹੈ ਜਿਹੜਾ ਉਹ ਬਣ ਜਾਂਦਾ। ਅਗਲਾ ਜਿਹੜਾ ਆਪਣਾ ਫੈਕਟ ਹੈ, ਵਿਚ ਐਥਲੀਟ ਹੈਜ਼ ਗਿਫਟਡ ਹਿਜ਼ ਹਿਸਟੋਰਿਕ ਟੋਕੀਓ ਓਲੰਪਿਕ ਗੋਲਡ ਮੈਡਲ ਵਿਨਿੰਗ ਜੈਵਲਿਨ ਟੂ ਓਲੰਪਿਕ ਮਿਊਜ਼ੀਅਮ ਇਨ ਲਾਓਸੇਨ। ਤਾਂ ਇਹ ਮਤਲਬ ਇਹਦਾ ਮੈਂ ਤੁਹਾਨੂੰ ਦੱਸਦਾ ਮਤਲਬ ਕੀ ਹੈ। ਤਾਂ ਉਹ ਆਪਣੇ ਇੰਡੀਆ ਦਾ ਕਿਹੜਾ ਐਥਲੀਟ ਹੈ ਜਿਹਨੇ ਗਿਫਟ ਕਰਤਾ ਆਪਦਾ ਹਿਸਟੋਰਿਕ ਟੋਕੀਓ ਓਲੰਪਿਕ ਗੋਲਡ ਮੈਡਲ? ਤਾਂ ਨੀਰਜ ਚੋਪੜਾ ਨੂੰ ਆਪਾਂ ਨੂੰ ਪਤਾ ਹੈ ਕਿ ਇਹਨੂੰ ਜੈਵਲਿਨ ਥਰੋ ਦੇ ਵਿੱਚ ਟੋਕੀਓ ਓਲੰਪਿਕ ਦੇ ਵਿੱਚੋਂ ਇਹ ਬੰਦੇ ਨੇ ਝੰਡੇ ਗੱਡੇ ਸੀ, ਬਹੁਤ ਮਤਲਬ ਵਧੀਆ ਪ੍ਰਦਰਸ਼ਨ ਇਹਨੇ ਕੀਤਾ ਸੀ। ਤਾਂ ਇਹਨੂੰ ਗੋਲਡ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਤਾਂ ਉਹ ਗੋਲਡ ਮੈਡਲ ਇਹਨੇ ਗਿਫਟ ਕਰਤਾ, ਠੀਕ ਹੈ ਜੀ। ਬਹੁਤ ਵੱਡੀ ਇਹ ਨਿਊਜ਼ ਤੁਹਾਡੇ ਲਈ ਬਣ ਜਾਂਦੀ ਹੈ, ਬਹੁਤ ਵੱਡੀ ਗੱਲ ਹੈ ਇਹ। ਤਾਂ ਇਹਨੇ ਗਿਫਟ ਕਰਤਾ, ਕਿਹਨੂੰ ਗਿਫਟ ਕਰਤਾ? ਇੱਕ ਲਾਓਸੇਨ ਦੇ ਵਿੱਚ, ਸਵਿਟਜ਼ਰਲੈਂਡ ਦੇ ਵਿੱਚ। ਲਾਓਸੇਨ ਕਿੱਥੇ ਹੈ? ਸਵਿਟਜ਼ਰਲੈਂਡ ਦੇ ਵਿੱਚ ਹੈ। ਤਾਂ ਸਵਿਟਜ਼ਰਲੈਂਡ ਲਾਓਸੇਨ ਦੇ ਵਿੱਚ ਇੱਕ ਮਿਊਜ਼ੀਅਮ ਬਣਿਆ ਹੋਇਆ ਹੈਗਾ, ਠੀਕ ਹੈ ਜੀ। ਤਾਂ ਉੱਥੇ ਇਹਨੇ ਉਹ ਇੱਕ ਓਲੰਪਿਕ ਮਿਊਜ਼ੀਅਮ ਹੈਗਾ, ਤਾਂ ਉਹਦੇ ਵਿੱਚ ਇਹਨੂੰ ਗਿਫਟ ਕਰਤਾ ਆਪਦੇ ਗੋਲਡ ਮੈਡਲ ਨੂੰ ਨੀਰਜ ਚੋਪੜਾ ਨੇ। ਬਹੁਤ ਵੱਡੀ ਗੱਲ ਇਹ ਬਣ ਜਾਂਦੀ ਹੈ। ਤਾਂ ਉਹ ਕਿਹੜਾ ਐਥਲੀਟ ਤੁਹਾਨੂੰ ਪੁੱਛਿਆ ਜਾਊ, ਤਾਂ ਉਹ ਆਪਣਾ ਨੀਰਜ ਚੋਪੜਾ। ਜੈਵਲਿਨ ਥਰੋ ਦੇ ਵਿੱਚ ਇਹਨਾਂ ਨੇ ਗੋਲਡ ਮੈਡਲ ਜਿੱਤਿਆ ਸੀ। ਤਾਂ ਕਿਹੜੇ ਮਿਊਜ਼ੀਅਮ ਦੇ ਵਿੱਚ? ਲਾਓਸੇਨ ਸਵਿਟਜ਼ਰਲੈਂਡ ਦੇ ਵਿੱਚ ਇਹਨੇ ਉਹ ਗਿਫਟ ਕਰਤਾ ਆਪਦਾ ਗੋਲਡ ਮੈਡਲ। 2022 ਦਾ ਸੀ ਸਵਾਲ ਹੈ,
ठीक है जी, 2022 की न्यूज़ है, ये तुसीं याद रखियो, बहुत इंपॉर्टेंट तुहाडे लिए ये बन जांदा। अगला जिहड़ा अपना फैक्ट है, विच पोर्टल हैज़ लॉन्चड बाय UGC फॉर रिजॉल्विंग ग्रीवियंसिस। ठीक है जी, मान लो UGC ਆਪਾਂ ਨੂੰ ਪਤਾ ਹੀ ਹੈ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਜਿੰਨੀਆਂ ਵੀ ਆਪਣੀਆਂ ਯੂਨੀਵਰਸਿਟੀज़ ਨੇ ਉਹਨਾਂ ਨੂੰ ਜਿਹੜੀਆਂ ਗ੍ਰਾਂਟਾਂ ਪ੍ਰੋਵਾਈਡ ਕਰਦੀ ਹੈ UGC ਕਰਦੀ ਹੈ, ਉਹਨਾਂ ਦੀ ਦੇਖ ਰੇਖ ਕਰਦੀ ਹੈ ਆਪਣੇ ਜਿੰਨੇ ਵੀ ਕਾਲਜ ਯੂਨੀਵਰਸਿਟੀਆਂ, ਠੀਕ ਹੈ ਜੀ, ਇਹ ਸਾਰੇ UGC ਦੇ ਅੰਡਰ ਆਉਂਦੇ ਨੇ। ਤਾਂ ਜਿੰਨੇ ਵੀ ਆਪਣੇ UGC ਦੇ ਅੰਡਰ ਆਉਂਦੇ ਨੇ ਉਹਨਾਂ ਸਾਰਿਆਂ ਨੂੰ ਇਹ ਮਤਲਬ ਗ੍ਰਾਂਟਸ ਪ੍ਰੋਵਾਈਡ ਕਰਦੇ, ਉਹਨਾਂ ਦੀ ਦੇਖ ਰੇਖ ਕਰਦੀ ਹੈ। ਤਾਂ ਇਹ UGC ਦੇ ਲਈ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਹੈ, ਕਿਸੇ ਕਾਲਜ ਨੂੰ, ਯੂਨੀਵਰਸਿਟੀ ਨੂੰ, ਜਾਂ ਕਿਸੇ ਨੂੰ ਵੀ ਮਤਲਬ ਕਿਸੇ ਸਟੂਡੈਂਟ ਨੂੰ ਕੋਈ ਪ੍ਰੋਬਲਮ ਹੈ, ਤਾਂ ਕੋਈ ਵੀ ਗਰੀਵੀਅੰਸ ਹੈ ਉਹਨੂੰ ਸੋਲਵ ਕਰਨ ਦੇ ਲਈ ਇਹਨਾਂ ਨੇ ਇੱਕ ਆਪਣਾ ਪੋਰਟਲ ਲਾਂਚ ਕੀਤਾ ਔਨਲਾਈਨ। ਤਾਂ ਉਹਦਾ ਨਾਮ ਤੁਹਾਨੂੰ ਪੁੱਛਿਆ ਜਾ ਸਕਦਾ, ਉਹਦਾ ਨਾਮ ਹੈ ਈ-ਸਮਾਧਾਨ। ਈ-ਸਮਾਧਾਨ, ਸਮਾਧਾਨ ਮਤਲਬ ਸਮਾਧਾਨ ਕਰਾਉਣਾ, ਸਮੱਸਿਆ ਦਾ ਹੱਲ ਕਰਾਉਣਾ। ਤਾਂ ਈ-ਸਮਾਧਾਨ ਇਹਨਾਂ ਨੇ ਪੋਰਟਲ ਜਿਹੜਾ ਲਾਂਚ ਕੀਤਾ UGC ਨੇ। ਬਹੁਤ ਵੱਡਾ ਇਹ, ਬਹੁਤ ਵੱਡੀ ਨਿਊਜ਼ ਬਣ ਜਾਂਦੀ ਹੈ, ਕਿਉਂਕਿ ਪੋਰਟਲ ਬਹੁਤ ਪੁੱਛੇ ਜਾਂਦੇ ਨੇ ਕਰੰਟ ਅਫੇਅਰਸ ਦੇ ਵਿੱਚ। ਠੀਕ ਹੈ ਜੀ, ਤਾਂ ਈ-ਸਮਾਧਾਨ ਜਿਹੜਾ ਪੋਰਟਲ ਹੈ ਉਹ UGC ਨੇ ਲਾਂਚ ਕੀਤਾ। ਤਾਂ 2022 ਦਾ ਇਹ ਸਵਾਲ ਹੈ ਜਿਹੜਾ ਉਹ ਬਣ ਜਾਂਦਾ, ਬਹੁਤ ਇੰਪੋਰਟੈਂਟ ਸਵਾਲ ਹੈ ਤੁਹਾਡੇ ਲਈ। अगला जो अपना फैक्ट है, दी लार्जैसट रिलीजियस मोन्यूमेंट इन दी वर्ल्ड। ठीक है जी, क्योंकि वर्ल्ड की गल आ गई तो बहुत वड्डी न्यूज़ ये बन जाती है। तो एक धार्मिक मोन्यूमेंट है, आप मंदिर की तरह कह सकते हैं कि मंदिर बनया हुआ है, दी टैंपल ऑफ वैदिक प्लैंटरम। ठीक है जी, तो वैदिक प्लैंटरम मतलब वैदिक कल्चर के नाल रिलेटेड जिहड़ा ये मंदिर है, एक बहुत वर्ल्ड के पद्धर पर यह मन्निया जाता है मंदिर। तो यह कित्थे ओपन किया गया? तो यह किया गया वैस्ट बंगाल के। बहुत इंपॉर्टेंट अपने लिए सवाल है जिहड़ा वो बन जाता है। तो वैस्ट बंगाल के टैंपल ओपन किया गया वैदिक प्लैंटरम के नाल ये रिलेटेड है। ठीक है जी, तो वर्ल्ड का लार्जैसट रिलीजियस मोन्यूमेंट है, तो करके ये बहुत इंपॉर्टेंट अपने लिए बन जाता है। अगला जो अपना फैक्ट है, नीति आयोग, नैशनल इंस्टीट्यूशन फॉर ट्रांसफॉर्मिंग इंडिया। तो बहुत इंपॉर्टेंट ये अपनी बॉडी है, इनू जिहड़ा हैड करदा वो कौन करदा? अपना PM नरेंद्र मोदी। ठीक है जी, नीति आयोग में पहला इनू मतलब एक ये प्लैनिंग कमीशन आप कह सकते हैं। ठीक है जी, तो नीति आयोग इसका नवा नाम है। तो जिहड़ा अपने प्रधानमंत्री ने नरेंद्र मोदी वो इनू हैड करते हैं। ठीक है जी, इन्होंने एक 500 अटल टिंकरिंग लैब्स। टिंकरिंग लैब्स की होंदियां ने? टिंकरिंग लैब्स का मतलब है जिथे वर्कशॉप्स होंदियां ने, जिथे बच्चों को नवे नवे काम सिखाए जाते हैं ताकि वो अपने पैरों पर आप खड़े हो सकन। अपना मतलब वो जिवें आप कह सकते टैक्नोलॉजी के उन्होंने अगे वधाया जाता है, तो वो टिंकरिंग लैब्स ने। ठीक है जी, तो ये कित्थे ओपन किए गए हैं? 500 अटल टिंकरिंग लैब्स। तो ये बहुत वड्डी न्यूज़ बन जाती है। तो ये किए गए हैं जम्मू एंड कश्मीर के। ठीक है जी, अपने UT है जी, जम्मू एंड कश्मीर, इत्थे ये मतलब इस्टैबलिश की गई। 2022 का ये सवाल है। ठीक है जी, 2022 के विच इस्टैबलिश की गई सी तो नीति आयोग वालों। ठीक है जी, 500 अटल टिंकरिंग लैब्स, यानी कि टैक्नोलॉजी को उत्साह देने के लिए, बच्चों को अगे बढ़ाने के लिए कि वो टैक्नोलॉजी के कुछ ना कुछ करन, टैक्नोलॉजी के खेत्र के। तो जम्मू कश्मीर के आप कह सकते हैं कि ये मतलब वर्कशॉप ने जिहड़ियां ये ओपन की गई सी। ठीक है जी, जम्मू एंड कश्मीर के बहुत इंपॉर्टेंट न्यूज़ तुहाडे लिए बन जाती है, तो इन्हूं तुसीं याद रखना। अगला जो अपना फैक्ट है, विच स्टेट्स दिविता राय एक परसनैलिटी का नाम है। ठीक है जी, दिविता राय हैज़ वन दी प्रैसटीजियस टाइटल ऑफ मिस दिवा यूनीवर्स 2022। 2022 का इन्होंने एक अवार्ड मिला सीगा मिस दिवा यूनीवर्स का। तो ये कित्थों दे ने? मतलब जी दिविता राय है तो ये हैगी करनाटका के। ठीक है जी, करनाटका के। बहुत इंपॉर्टेंट तुहाडे लिए न्यूज़ ये बन जाती है, तो कई बार तुहानूं ये पूछा जा सकता। अगला जो अपना फैक्ट है, हू हैज़ बीन कन्फर्ड विद लाइफ टाइम अचीवमेंट अवार्ड एट दी 67th फिल्म फेयर अवार्ड 2022। तो इन्होंने लाइफ टाइम अचीवमेंट अवार्ड मिले। बहुत वड्डी गल होंदी है लाइफ टाइम अचीवमेंट अवार्ड प्राप्त करने की। ठीक है जी, तो एक 67वां अपना फिल्म फेयर अवार्ड होया सी 2022 के विच। तो किनू मिले ये पूछा जा सकता सूँ, तो ये मिले सी सुभाष घई नूं। सुभाष घई। ठीक है जी, बहुत इंपॉर्टेंट ये तुहाडे लिए बन जाता। सुभाष घई इन्होंने मिले सीगा लाइफ टाइम अचीवमेंट अवार्ड, क्योंकि ये लाइफ टाइम अचीवमेंट है, तो करके ये बहुत वड्डी न्यूज़ है जी अपने लिए बन जाती है। अगला जो अपना फैक्ट है, विच स्टेट वाज इनैगूरेटेड राजीव गांधी रूरल ओलंपिक गेम्स। ठीक है जी, पेंडू ओलंपिक गेम जिन्होंने आप कहने हैं, तो ये कित्थे करवाइयां गईयां सी? तो ये कीतियां गईयां सी राजस्थान के। ठीक है जी, 2022 का सवाल है। तो राजस्थान के करवाइयां गई राजीव गांधी रूरल ओलंपिक गेम्स राजस्थान के। ये तुहानूं पूछा जाऊगा, बहुत इंपॉर्टेंट फैक्ट है तुहाडे लिए बन जाता। ठीक है जी, तो ये नाल तुसीं अपना करंट अफेयर्स ने जिहड़े वो नोट जरूर करिया करो।
ठीक है जी। नोट्स अपने खुद तैयार करो तो ਉਹਨੂੰ ਦੁਬਾਰਾ ਰਿਵਾਈਜ਼ ਕਰੋ ਤੇ ਫਿਰ ਤੁਹਾਡੇ ਵਧੀਆ ਤਰੀਕੇ ਨਾਲ ਯਾਦ ਹੋਣਗੇ। ਤੇ ਜਿੰਨੇ ਵੀ ਪੇਪਰ ਤੁਹਾਡੇ ਬੇਸ਼ੱਕ ਉਹ ਇੰਡੀਆ ਲੈਵਲ ਦੇ ਹੋਣ, ਬੇਸ਼ੱਕ ਉਹ ਪੰਜਾਬ ਲੈਵਲ ਦੇ ਹੋਣ, ਸਾਰਿਆਂ ਦੇ ਵਿੱਚ ਆਪਣੇ ਕਰੰਟ ਅਫੇਅਰਸ ਪੁੱਛੇ ਜਾਣਗੇ। ਅਗਲਾ ਜਿਹੜਾ ਆਪਣਾ ਫੈਕਟ ਹੈ, ਵਿਚ ਕੰਟਰੀਜ਼ ਸਿਟੀ ਮਾਰਕਹਮ ਹੈਜ਼ ਨੇਮਡ ਏ ਸਟਰੀਟ ਆਫਟਰ ਮਿਊਜ਼ਿਕ ਕੰਪੋਜ਼ਰ AR ਰਹਿਮਾਨ। ਤਾਂ ਇੱਕ ਗਲੀ ਹੈਗੀ, ਠੀਕ ਹੈ ਜੀ, ਮਾਰਕਹਮ ਕੈਨੇਡਾ ਦੇ ਵਿੱਚ ਹੈ ਇਹ, ਠੀਕ ਹੈ ਜੀ। ਉਹਨਾਂ ਨੇ ਇੱਕ ਗਲੀ ਦਾ ਨਾਮ ਰੱਖਿਆ AR ਰਹਿਮਾਨ ਦੇ ਨਾਮ 'ਤੇ। ਤਾਂ ਬਹੁਤ ਵੱਡੀ ਨਿਊਜ਼ ਇਹ ਆਪਣੇ ਲਈ ਬਣ ਜਾਂਦੀ ਹੈ। ਤਾਂ ਕਿੱਥੇ ਹੈ ਉਹ, ਕਿਹੜੇ ਉਹਦੇ ਵਿੱਚ ਹੈ, ਤਾਂ ਉਹ ਆਪਣਾ ਕਿਹੜੇ ਦੇਸ਼ ਦੇ ਵਿੱਚ ਹੈ, ਉਹ ਕੈਨੇਡਾ ਦੇ ਵਿੱਚ। ਕੈਨੇਡਾ ਦੇ ਵਿੱਚ ਇੱਕ ਸਟਰੀਟ ਹੈ, ਉਹਦਾ ਨਾਮ ਰੱਖਿਆ ਗਿਆ AR ਰਹਿਮਾਨ ਦੇ ਨਾਮ 'ਤੇ। ਤਾਂ ਇਹ ਬਹੁਤ ਵੱਡੀ ਨਿਊਜ਼ ਆਪਣੇ ਲਈ ਇਹ ਬਣ ਜਾਂਦੀ ਹੈ, ਤਾਂ ਤੁਹਾਨੂੰ ਪੁੱਛਿਆ ਜਾ ਸਕਦਾ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਫੈਕਟ ਹੈ, ਵਿਚ ਕੰਟਰੀ ਹੈਜ਼ ਸਰਪਾਸਡ ਬ੍ਰਿਟੇਨ ਟੂ ਬਿਕਮ ਵਰਲਡਸ 5th ਲਾਰਜੈਸਟ ਇਕੋਨਮੀ। ਤਾਂ ਪੰਜਵਾਂ ਵੱਡੇ ਪੱਧਰ ਦਾ ਮਤਲਬ ਆਪਾਂ ਅਰਥ ਵਿਵਸਥਾ ਦੇ ਵਿੱਚ 5ਵੇਂ ਨੰਬਰ 'ਤੇ ਆਪਾਂ ਕਹਿ ਸਕਦੇ ਹਾਂ ਕਿ ਉਹ ਦੇਸ਼ ਆ ਗਿਆ, ਠੀਕ ਹੈ ਜੀ। ਮਤਲਬ ਬ੍ਰਿਟੇਨ ਨੂੰ, ਬਰਤਾਨੀਆ ਨੂੰ ਪਛਾੜ ਕੇ, ਬਰਤਾਨੀਆ ਮਤਲਬ ਉਹ ਤੋਂ ਅਗਲੇ ਨੰਬਰ 'ਤੇ ਆਪਾਂ ਕਹਿ ਸਕਦੇ ਹਾਂ ਕਿ ਉਹ ਤੋਂ ਪਹਿਲਾਂ ਆ ਗਿਆ ਉਹ, ਠੀਕ ਹੈ ਜੀ। ਮਤਲਬ ਅੱਗੇ ਆਪਾਂ ਤੁਹਾਨੂੰ ਇਹ ਸਮਝਾਉਣਾ ਕਿ ਕੀ ਸਵਾਲ ਹੈ, ਇਹਦਾ ਮਤਲਬ ਕੀ ਬਣਦਾ ਹੈ। ਤਾਂ ਸਰਪਾਸਡ ਹੁੰਦਾ ਮਤਲਬ ਉਹਨੂੰ ਪਾਸ ਕਰ ਗਿਆ ਇਹ, ਠੀਕ ਹੈ ਜੀ। ਤਾਂ ਉਹ ਕਿਹੜਾ ਦੇਸ਼ ਹੈ, ਤਾਂ ਉਹ ਆਪਣਾ ਇੰਡੀਆ। ਇਹ ਤੁਸੀਂ ਯਾਦ ਰੱਖਿਓ, ਬਹੁਤ ਵੱਡੀ ਨਿਊਜ਼ ਇਹ ਬਣ ਜਾਂਦੀ ਹੈ। ਤਾਂ ਕਿਹੜਾ ਦੇਸ਼ ਹੈ ਉਹ ਜਿਹੜਾ ਪਾਸ ਕਰ ਗਿਆ, ਸਰਪਾਸ ਕਰ ਗਿਆ, ਤਾਂ ਉਹ ਕਰ ਗਿਆ ਇੰਡੀਆ। ਕਿਹਨੂੰ ਕਰ ਗਿਆ? ਬ੍ਰਿਟੇਨ ਨੂੰ। ਪਹਿਲਾਂ ਬ੍ਰਿਟੇਨ ਇਹ ਤੋਂ ਅੱਗੇ ਸੀ, ਹੁਣ ਇੰਡੀਆ ਬ੍ਰਿਟੇਨ ਤੋਂ ਅੱਗੇ ਹੋ ਗਿਆ, ਠੀਕ ਹੈ ਜੀ। ਤਾਂ ਬਿਕਮ ਦੀ ਵਰਲਡਸ 5th ਲਾਰਜੈਸਟ ਇਕੋਨਮੀ। ਤਾਂ ਵੱਡੇ ਪੱਧਰ ਦੀ ਅਰਥ ਵਿਵਸਥਾ ਬਣ ਗਈ 5ਵੇਂ ਨੰਬਰ ਦੀ। ਪਹਿਲਾਂ 5ਵੇਂ ਨੰਬਰ 'ਤੇ ਬਰਤਾਨੀਆ ਆਉਂਦਾ ਸੀ, ਹੁਣ ਆਪਣਾ ਇੰਡੀਆ ਆਉਂਦਾ, ਠੀਕ ਹੈ ਜੀ। ਹੁਣ ਜਿਹੜਾ ਬਰਤਾਨੀਆ ਉਹ 6ਵੇਂ ਨੰਬਰ 'ਤੇ ਚੱਲ ਗਿਆ। ਤਾਂ ਪਹਿਲੇ 4 ਵੀ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਪਹਿਲੇ ਨੰਬਰ 'ਤੇ ਤੁਹਾਨੂੰ ਪਤਾ ਹੀ ਹੈ ਕਿ USA ਆਉਂਦਾ, ਦੂਜੇ ਨੰਬਰ 'ਤੇ ਆਉਂਦਾ ਚਾਈਨਾ, ਤੀਜੇ ਨੰਬਰ 'ਤੇ ਜਪਾਨ, ਅਤੇ ਚੌਥੇ ਨੰਬਰ 'ਤੇ ਜਰਮਨੀ, ਠੀਕ ਹੈ ਜੀ। ਅਤੇ 5ਵੇਂ ਨੰਬਰ 'ਤੇ ਹੁਣ ਆਪਣਾ ਕੌਣ ਆ ਗਿਆ? ਇੰਡੀਆ। ਅਤੇ 6ਵੇਂ ਨੰਬਰ 'ਤੇ ਬ੍ਰਿਟੇਨ। ਇਹ ਤੁਸੀਂ ਯਾਦ ਰੱਖਿਓ, ਇਹ ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਨੰਬਰਿੰਗ ਵੀ ਤੁਹਾਨੂੰ ਪੁੱਛੀ ਜਾ ਸਕਦੀ, ਕਿੰਨਵੇਂ ਨੰਬਰ 'ਤੇ ਕਿਹੜੀ ਕੰਟਰੀ ਹੈ, ਠੀਕ ਹੈ ਜੀ। ਬਹੁਤ ਇੰਪੋਰਟੈਂਟ ਸਵਾਲ ਇਹ ਤੁਹਾਡੇ ਲਈ ਬਣ ਜਾਂਦਾ। ਅਗਲਾ ਜਿਹੜਾ ਆਪਣਾ ਫੈਕਟ ਹੈ, ਸਾਇੰਸ ਬਿਹਾਇੰਡ ਸੂਰਿਆ ਨਮਸਕਾਰ। ਇਹ ਇੱਕ ਬੁੱਕ ਹੈ, ਠੀਕ ਹੈ ਜੀ। ਸਾਇੰਸ ਬਿਹਾਇੰਡ ਸੂਰਿਆ ਨਮਸਕਾਰ। ਜਿਹੜਾ ਆਪਾਂ ਸੂਰਿਆ ਨਮਸਕਾਰ ਉੱਠ ਕੇ ਕਰਦੇ ਹਾਂ, ਤਾਂ ਉਹਦੇ ਪਿੱਛੇ ਕੀ ਸਾਇੰਸ ਹੈ। ਤਾਂ ਇੱਕ ਬੁੱਕ ਲਿਖੀ ਗਈ ਹੈ, ਸਾਇੰਸ ਬਿਹਾਇੰਡ ਸੂਰਿਆ ਨਮਸਕਾਰ, ਇਹਦਾ ਟਾਈਟਲ ਹੈ। ਬੁੱਕ ਇਜ਼ ਰਿਟਨ ਬਾਈ ਹੂਮ। ਤਾਂ ਇਹ ਲਿਖੀ ਗਈ ਹੈ ਡਾਕਟਰ ਮੁੰਜਾਪਾਰਾ ਮਹੇਂਦਰ ਭਾਈ ਕਾਲੂ ਭਾਈ, ਠੀਕ ਹੈ ਜੀ। ਡਾਕਟਰ ਮੁੰਜਾਪਾਰਾ ਮਹੇਂਦਰ ਭਾਈ ਕਾਲੂ ਭਾਈ, ਇਹਨਾਂ ਦੁਆਰਾ ਲਿਖੀ ਗਈ ਇਹ ਸਾਇੰਸ ਬਿਹਾਇੰਡ ਸੂਰਿਆ ਨਮਸਕਾਰ। ਤਾਂ ਇਹ ਬੁੱਕ ਤੁਹਾਡੇ ਲਈ ਬਹੁਤ ਇੰਪੋਰਟੈਂਟ ਬਣ ਜਾਂਦੀ ਹੈ। ਬੁੱਕਸ ਤਾਂ ਸਾਰੀਆਂ ਤੁਸੀਂ ਯਾਦ ਰੱਖਣੀਆਂ, ਕਿਉਂਕਿ ਕੋਈ ਵੀ ਬੁੱਕ ਤੁਹਾਨੂੰ ਪੁੱਛੀ ਜਾ ਸਕਦੀ ਹੈ। ਅਗਲਾ ਜਿਹੜਾ ਆਪਣਾ ਫੈਕਟ ਹੈ, ਹੂ ਹੈਜ਼ ਬੀਨ ਅਪੋਇੰਟਡ ਐਜ਼ ਦੀ ਡਾਇਰੈਕਟਰ ਜਨਰਲ ਆਫ ਦੀ ਨਿਊਜ਼ ਸਰਵਿਸ ਡਿਵੀਜ਼ਨ ਆਫ ਆਲ ਇੰਡੀਆ ਰੇਡੀਓ, ਠੀਕ ਹੈ ਜੀ। ਤਾਂ ਇੱਕ ਡਾਇਰੈਕਟਰ ਜਨਰਲ ਚੁਣਿਆ ਗਿਆ ਹੈਗਾ ਨਿਊਜ਼ ਸਰਵਿਸ ਡਿਵੀਜ਼ਨ ਦਾ, ਕਾਹਦੇ ਵਿੱਚ? ਆਲ ਇੰਡੀਆ ਰੇਡੀਓ ਦੇ ਵਿੱਚ। ਤਾਂ ਉਹਦਾ ਨਾਮ ਤੁਹਾਨੂੰ ਪਤਾ ਹੋਣਾ ਚਾਹੀਦਾ, ਉਹਦਾ ਨਾਮ ਹੈ ਵਸੁਧਾ ਗੁਪਤਾ। ਵਸੁਧਾ ਗੁਪਤਾ, ਬਹੁਤ ਇੰਪੋਰਟੈਂਟ ਤੁਹਾਡੇ ਲਈ ਇਹ ਬਣ ਜਾਂਦਾ। ਲਾਸਟ ਜਿਹੜਾ ਆਪਣਾ ਫੈਕਟ ਹੈ, ਦੀ IMF ਇੰਟਰਨੈਸ਼ਨਲ ਮੋਨੀਟਰੀ ਫੰਡ, ਠੀਕ ਹੈ ਜੀ। ਇੰਟਰਨੈਸ਼ਨਲ ਮੋਨੀਟਰੀ ਫੰਡ ਹੈਜ਼ ਅਪਰੂਵਡ ਅ ਲੋਨ ਆਫ $2.9 ਬਿਲੀਅਨ ਟੂ ਵਿਚ ਕੰਟਰੀ ਟੈਕਲ ਇਟਸ ਇਕਨੋਮਿਕ ਕ੍ਰਾਈਸਿਸ। ਆਪਾਂ ਨੂੰ ਪਤਾ ਹੈ ਕਿ ਇਹ 2022 ਦਾ ਸਵਾਲ ਹੈ, ਇਹ ਵੀ ਤੁਸੀਂ ਯਾਦ ਰੱਖਿਓ। 2022 ਦਾ ਇਹ ਸਵਾਲ ਹੈ ਜਿਹੜਾ ਉਹ ਬਣ ਜਾਂਦਾ ਹੈ ਕਿ 2.9 ਬਿਲੀਅਨ ਡਾਲਰ ਸਾਈਨ ਕੀਤੇ ਸੀ ਇੰਟਰਨੈਸ਼ਨਲ ਮੋਨੀਟਰੀ ਫੰਡ ਦੁਆਰਾ। ਕਿਹੜੀ ਕੰਟਰੀ ਨੂੰ ਕੀਤੇ ਗਏ ਸੀ ਕਿ ਉਹ ਆਪਣਾ ਜਿਹੜਾ ਇਕਨੋਮਿਕ ਕ੍ਰਾਈਸਿਸ ਆਇਆ ਹੋਇਆ ਉਹਨੂੰ ਟੈਕਲ ਕਰੇ। ਤਾਂ ਉਹ ਕੀਤੇ ਗਏ ਸੀ ਸ਼੍ਰੀਲੰਕਾ ਨੂੰ। ਆਪਾਂ ਜਾਣਦੇ ਹਾਂ ਕਿ ਸ਼੍ਰੀਲੰਕਾ ਦੀ ਇਕੋਨਮੀ ਬਿਲਕੁਲ ਡਿੱਗ ਪਈ ਸੀ, ਮਤਲਬ ਬਹੁਤ ਜ਼ਿਆਦਾ ਉੱਥੇ ਇਕਨੋਮਿਕ ਕ੍ਰਾਈਸਿਸ ਆ ਗਏ ਸੀਗੇ, ਠੀਕ ਹੈ ਜੀ। ਚੀਜ਼ਾਂ ਦੇ ਮੁੱਲ ਜਿਹੜੇ ਬਹੁਤ ਵੱਧ ਗਏ ਸੀ। ਤਾਂ 2022 ਦੀ ਗੱਲ ਹੈ ਇਹ, ਠੀਕ ਹੈ ਜੀ। ਤਾਂ ਇਹ ਦਿੱਤੇ ਸੀ IMF ਨੇ। ਇਹ ਤੁਸੀਂ ਯਾਦ ਰੱਖਿਓ, ਤੁਹਾਨੂੰ ਪੁੱਛਿਆ ਜਾ ਸਕਦਾ, ਬਹੁਤ ਇੰਪੋਰਟੈਂਟ ਫੈਕਟ ਇਹ ਤੁਹਾਡੇ ਲਈ ਬਣ ਜਾਂਦਾ। ਤਾਂ ਇਹ ਸੀ ਆਪਣੇ ਅੱਜ ਦੇ 15 ਜਿਹੜੇ ਕਰੰਟ ਅਫੇਅਰ, ਠੀਕ ਹੈ ਜੀ। ਇਹ ਤੁਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਯਾਦ ਕਰ ਲੈਣਾ। ਇਹਨਾਂ ਦੇ ਵਿੱਚੋਂ ਕੋਈ ਵੀ ਕਰੰਟ ਅਫੇਅਰ ਤੁਹਾਨੂੰ ਡਾਇਰੈਕਟ ਦੇਖਣ ਨੂੰ ਮਿਲ ਸਕਦਾ ਪੇਪਰ ਦੇ ਵਿੱਚ, ਠੀਕ ਹੈ ਜੀ। ਕਿਉਂਕਿ ਆਪਾਂ ਜਿਹੜੇ ਵੀ ਕਰੰਟ ਅਫੇਅਰ ਲੈ ਕੇ ਆਉਂਦੇ ਹਾਂ, ਤਾਂ ਉਹਨਾਂ ਦੀ 99% ਸ਼ੋਰਟੀ ਹੈ ਤੁਹਾਡੇ ਪੇਪਰ ਦੇ ਵਿੱਚ ਆਉਣ ਦੀ, ਠੀਕ ਹੈ ਜੀ। ਜਿਨ੍ਹਾਂ ਦੇ ਤੁਹਾਡੇ ਪੇਪਰ ਦੇ ਵਿੱਚ ਆਉਣ ਦੇ ਪੂਰੇ ਚਾਂਸਿਸ ਨੇ, ਸਿਰਫ ਉਹ ਕਰੰਟ ਅਫੇਅਰ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਤਾਂ ਇੱਕ ਵੀ ਸੈਸ਼ਨ ਆਪਣੇ ਕਰੰਟ ਅਫੇਅਰ ਦਾ ਮਿਸ ਨਾ ਕਰਿਓ। ਅਤੇ ਜਿੰਨੇ ਵੀ ਸੈਸ਼ਨ ਆਪਣੇ, ਜਿਵੇਂ ਕਿ SST ਮਾਸਟਰ ਕੇਡਰ ਦਾ ਜਾਂ ਟਾਰਗੇਟ ਲੂਸੈਂਟ GK ਦੇ ਆਪਣੇ ਸੈਸ਼ਨ ਆ ਜਿਹੜੇ ਉਹ ਅਪਲੋਡ ਹੋ ਰਹੇ ਨੇ, ਉਹ ਵੀ ਤੁਸੀਂ ਮਿਸ ਨਾ ਕਰਿਓ। ਸਾਰੇ ਸੈਸ਼ਨ ਆਪਣੇ ਲਗਾਇਓ ਬੈਕ ਟੂ ਬੈਕ, ਕਿਉਂਕਿ ਤੁਹਾਨੂੰ ਖੁਦ ਆਪਣਾ ਇਹ ਸੈਸ਼ਨ ਲਗਾ ਕੇ ਇਹ ਚੀਜ਼ ਦੀ ਸ਼ੋਰਟੀ ਹੋ ਕਿ ਤੁਹਾਡਾ ਟਾਈਮ ਵੇਸਟ ਨਹੀਂ ਜਾ ਰਿਹਾ, ਤੁਸੀਂ ਆਪਣੇ ਟਾਈਮ ਦਾ ਮੁੱਲ ਪਾ ਰਹੇ ਹੋ, ਠੀਕ ਹੈ ਜੀ। ਕਿਉਂਕਿ ਆਪਾਂ ਵਧੀਆ ਕੰਟੈਂਟ ਤੁਹਾਡੇ ਲਈ ਮਿਹਨਤ ਕਰਕੇ ਲੈ ਕੇ ਆਉਂਦੇ ਹਾਂ, ਤਾਂ ਉਹ ਚੀਜ਼ ਤੁਹਾਨੂੰ ਫੀਲ ਵੀ ਹੋਊ ਜਦੋਂ ਤੁਸੀਂ ਕਲਾਸਾਂ ਨੂੰ ਲਗਾਓਗੇ, ਠੀਕ ਹੈ ਜੀ। ਤਾਂ ਜੇਕਰ ਵੀਡੀਓ ਚੰਗੇ ਲੱਗੇ ਤਾਂ ਇਹਨੂੰ ਲਾਈਕ ਜ਼ਰੂਰ ਕਰ ਦਿਆ ਕਰੋ, ਅੱਗੇ ਸ਼ੇਅਰ ਕਰ ਦਿਆ ਕਰੋ, ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ, ਠੀਕ ਹੈ ਜੀ।
ਤਾਂ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ ਕਿ ਕੀ ਤੁਹਾਨੂੰ ਵਧੀਆ ਲੱਗਦਾ ਜਾਂ ਕੀ ਵਧੀਆ ਨਹੀਂ ਲੱਗਦਾ। ਠੀਕ ਹੈ ਜੀ, ਤਾਂ ਉਹ ਆਪਾਂ ਤੁਹਾਡੇ ਕਮੈਂਟ ਰੀਡ ਕਰਦੇ ਹਾਂ ਅਤੇ ਉਹਨਾਂ ਦੇ ਜਵਾਬ ਵੀ ਦਿੰਦੇ ਹਾਂ। ਠੀਕ ਹੈ ਜੀ, ਤਾਂ ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ ਇਹਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।